9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੰਜੀਵ ਸ਼ਰਮਾ। ਅੱਜ ਅਸੀਂ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਏ ਹਾਂ ਦੇਵਦਰਤ ਜੀ ਨੂੰ ਨਾਲ ਲੈ ਕੇ। ਦੇਵਦਰਤ ਜੀ, ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ। संजीव जी बेहद शुक्रिया और मेरे वालों दोबारा एक बार फिर न्यूज़ 9 ਦੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਦੇਵ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਅੱਜ ਸਾਡੇ ਦਰਸ਼ਕਾਂ ਨਾਲ ਕੀ ਸਾਂਝਾ ਕਰਨ ਜਾ ਰਹੇ ਹੋ। ਮੈਨੂੰ ਜੋ ਮਹਿਸੂਸ ਹੋ ਰਿਹਾ ਹੈ ਕਿ ਅੱਜ ਜੇਕਰ ਦਰਸ਼ਕਾਂ ਨਾਲ ਇਸ ਇੱਕ ਪਲੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾ ਲਾਹੇਵੰਦ ਹੋਏਗੀ, ਕਿਉਂਕਿ ਇੱਕ ਇਹ ਕੰਟਰੋਵਰਸ਼ੀਅਲ ਗੱਲ ਹੈ। ਪਹਿਲੀ ਗੱਲ ਕਿ ਇਹ ਪਲੇਟ ਕੀ ਹੈ, ਪਲੇਟ ਕਿੰਨਾਂ ਨੂੰ ਮਿਲੀ, ਕਿਸ ਟਾਈਮ ਤੇ ਮਿਲੀ। ਅਸੀਂ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਸ਼ੁਰੂ ਕਰੀ ਬੈਠੇ ਹਾਂ ਉਹ 1947 ਦੀ ਵੰਡ ਤੋਂ ਸ਼ੁਰੂ ਕਰੀ ਬੈਠੇ ਹਾਂ। ਉਹ ਤੋਂ ਬਾਅਦ ਦੀਆਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਇੰਪੋਰਟੈਂਸ ਦੇ ਕੇ ਬਿਆਨ ਕਰਦੇ ਹਾਂ, ਜਿਹੜੀਆਂ ਪਿਛਲੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਹੌਲੀ ਹੌਲੀ ਪਿੱਛੇ ਕਰੀ ਜਾਂਦੇ ਹਾਂ। ਅਜੇ ਪਿਛਲੀ ਸਦੀ ਦੀ ਗੱਲ ਹੈ ਕਿ ਦੋ ਵੱਡੀਆਂ ਜੰਗਾਂ ਹੋਈਆਂ ਨੇ, ਵਿਸ਼ਵ ਯੁੱਧ ਹੋਏ ਆ। ਵਿਸ਼ਵ ਯੁੱਧ ਪਹਿਲਾ, ਵਿਸ਼ਵ ਯੁੱਧ ਦੂਸਰਾ। ਜਿਹੜਾ ਵਿਸ਼ਵ ਯੁੱਧ ਪਹਿਲਾ ਹੈ ਉਹਦੇ ਵਿੱਚ ਜਿਹੜੇ ਸਿਪਾਹੀ, ਕਿਉਂਕਿ ਉਦੋਂ ਸਟੇਟਸ ਸੀਗੀਆਂ ਸਾਡੇ ਇੱਥੇ ਬਹੁਤ ਸਾਰੀਆਂ, ਬ੍ਰਿਟੇਨ ਗਵਰਨਮੈਂਟ ਦਾ ਰਾਜ ਸੀਗਾ, ਅਤੇ ਜਿਹੜੇ ਸਿਪਾਹੀ ਉਹਨਾਂ ਨੇ ਅਲੱਗ-ਅਲੱਗ ਸਟੇਟਸ ਕੋਲੋਂ ਲਏ ਅਤੇ ਉਹਨਾਂ ਨੂੰ ਵਰਲਡ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਾ ਕੇ ਲੜਾਇਆ ਅਤੇ ਉਹ ਫੌਤ ਹੋਏ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਇਹ ਪਲੇਟ ਦਿੱਤੀ ਗਈ ਜਿਹਦੇ 'ਤੇ ਲਿਖਿਆ ਹੀ ਡਾਈਡ ਫॉर ਫਰੀडम ਐਂਡ ਆਨਰ। ਉੱਤੇ ਸਿਪਾਹੀ ਦਾ ਨਾਂ ਲਿਖਿਆ ਔਰ ਇਤਫਾਕਨ ਜਿਹੜੀ ਪਲੇਟ ਮੇਰੇ ਹੱਥ ਦੇ ਵਿੱਚ ਹੈ, ਇਸ ਬਲੀਦਾਨ ਦੇਣ ਵਾਲੇ ਸਿਪਾਹੀ ਦਾ ਨਾਮ ਹੀ ਸਿਪਾਹੀ ਸਿੰਘ ਹੈ। ਮੈਂ ਆਪਣੀ ਸਰਕਾਰ ਨੂੰ ਤੁਹਾਡੇ ਟੀਵੀ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਮੈਂ ਆਪਣੀ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਿਪਾਹੀ ਦੇ ਅਰਥ ਕੀ ਹੈ ਤੁਹਾਡੇ ਨਜ਼ਰ ਦੇ ਵਿੱਚ। ਸਰਕਾਰ ਸਿਪਾਹੀ ਦੇ ਅਰਥ ਲੈਂਦੀ ਕੀ ਹੈ। ਅਸੀਂ ਜਿਹੜੇ ਵੀ ਸਿਪਾਹੀ ਫਸਟ ਵਰਲਡ ਵਾਰ ਲੜੇ ਉਹਨਾਂ ਨੂੰ ਆਪਣੀ ਹਿਸਟਰੀ ਦਾ ਪਾਰਟ ਹੀ ਨਹੀਂ ਬਣਾਉਂਦੇ, ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦਿੰਦੇ। ਕਿ ਤੁਹਾਡੀਆਂ ਨਜ਼ਰਾਂ 'ਚ ਸਿਪਾਹੀ ਦੇ ਕੀ ਅਰਥ ਹੈ। ਮੈਂ ਕਿਉਂਕਿ ਮੈਂ ਪੰਜਾਬੀ ਦਾ ਪੋਇਟ ਹਾਂ, ਪੰਜਾਬੀ ਦਾ ਰਾਈਟਰ ਹਾਂ, ਔਰ ਜੋ ਸਾਡੇ ਪੰਜਾਬੀਆਂ ਨੂੰ ਮੋਟੇ ਤੌਰ 'ਤੇ ਗੱਲ ਸਮਝ ਆਉਂਦੀ ਹੈ ਉਹ ਇਹ ਹੈ ਕਿ ਜਿਹੜੇ ਬੰਦੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਉਹ ਸਿਪਾਹੀ ਹੁੰਦੇ ਨੇ। ਗੌਰਮੈਂਟ ਚਾਹੇ ਕੋਈ ਹੋਵੇ, ਬ੍ਰਿਟਿਸ਼ ਗੌਰਮੈਂਟ ਹੋਵੇ, ਇੰਡੀਅਨ ਗੌਰਮੈਂਟ ਹੋਵੇ, BJP ਦੀ ਗੌਰਮੈਂਟ ਹੋਵੇ, ਕਾਂਗਰਸ ਦੀ ਗੌਰਮੈਂਟ ਹੋਵੇ, ਸਿਪਾਹੀ ਦੇ ਤੇ ਅਰਥ ਨਹੀਂ ਬਦਲਦੇ। ਸਿਪਾਹੀ ਦੇ ਅਰਥ ਤੇ ਉਹ ਹੀ ਰਹਿੰਦੇ ਨੇ। ਤੇ ਸਰਕਾਰ ਕਿਉਂ ਅਰਥ ਬਦਲੀ ਬੈਠੀ ਹੈ। ਉਸ ਵੇਲੇ ਅੰਗਰੇਜ਼ ਗੌਰਮੈਂਟ ਦਾ ਇੱਥੇ ਰਾਜ ਸੀ ਔਰ ਉਹਨਾਂ ਨੇ ਜਿਹੜੇ ਸਰਹੱਦਾਂ ਦੀ ਰਾਖੀ ਵਾਸਤੇ ਸਿਪਾਹੀ ਭਰਤੀ ਕੀਤੇ ਹੋਏ ਸੀਗੇ, ਉਹਨਾਂ ਨੂੰ ਵਿਸ਼ਵ ਯੁੱਧ ਦੇ ਵਿੱਚ ਆਪਣੇ ਵੱਲੋਂ ਲੜਾਉਣਾ ਉਹਨਾਂ ਦਾ ਕੰਮ ਸੀ, ਉਹਨਾਂ ਦੀ ਡਿਊਟੀ ਸੀ। ਉਹਨਾਂ ਨੇ ਲੜਾਇਆ ਔਰ ਉਹਨਾਂ ਸਿਪਾਹੀਆਂ ਨੇ, ਉਹਨਾਂ ਬਹਾਦਰ ਸਿਪਾਹੀਆਂ ਨੇ ਵਿਸ਼ਵ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਲੜਾਈਆਂ ਲੜੀਆਂ। ਕਿ ਅਸੀਂ ਸੁਣਦੇ ਆਏ ਹਾਂ ਕਿ ਉਹਨਾਂ ਨੇ ਬਰਮਾ ਦੇ ਵਿੱਚ ਲੜਾਈ ਲੜੀ, ਉਹਨਾਂ ਨੇ ਜਾਪਾਨ ਦੇ ਵਿੱਚ ਲੜਾਈ ਲੜੀ, ਕੋਰੀਆ ਦੇ ਵਿੱਚ ਲੜਾਈ ਲੜੀ, ਬੈਲਜੀਅਮ ਦੇ ਵਿੱਚ ਲੜਾਈ ਲੜੀ, ਫਰਾਂਸ ਦੇ ਵਿੱਚ ਲੜਾਈ ਲੜੀ, ਆਸਟ੍ਰੇਲੀਆ ਜਾ ਕੇ ਲੜੇ, ਇੰਗਲੈਂਡ ਦੇ ਲਾਗੇ ਬੜੇ ਕੰਟਰੀ ਸੀ ਉੱਥੇ ਜਾ ਕੇ ਉਹ ਲੜੇ ਅਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਔਰ ਸ਼ਹਾਦਤਾਂ ਦੇਣ ਤੋਂ ਬਾਅਦ ਬ੍ਰਿਟੇਨ ਗੌਰਮੈਂਟ ਨੇ ਜਿਹੜਾ ਵੱਡਾ ਕੰਮ ਕੀਤਾ, ਉਹਨਾਂ ਨੇ ਇਹਨਾਂ ਦੀ ਸ਼ਨਾਖਤ ਕੀਤੀ ਕਿ ਇਹਨਾਂ ਨੇ ਬਹੁਤ ਮਹਾਨ ਕੰਮ ਕੀਤਾ। ਈਵਨ ਕਿ ਇਹ ਜਾਰਜ ਵੱਲੋਂ ਇੱਕ ਕਿਸੇ ਸਿਪਾਹੀ ਨੂੰ ਦਿੱਤਾ ਹੋਇਆ ਸਰਟੀਫਿਕੇਟ ਹੈ ਕਿ ਉਹ ਗ੍ਰੇਟ ਲੋਕ, ਉਹ ਮਹਾਨ ਲੋਕ ਜਿਨ੍ਹਾਂ ਨੇ ਆਪਣਾ ਜੀਵਨ ਦੂਸਰਿਆਂ ਵਾਸਤੇ ਕੁਰਬਾਨ ਕੀਤਾ, ਮੈਂ ਉਹਨਾਂ ਨੂੰ ਨਤਮਸਤਕ ਹੁੰਦਾ ਹੈ ਨਾ। ਲੇਕਿਨ ਸਾਡੀ ਸਰਕਾਰ ਨੇ ਅਜੇ ਤੱਕ ਇਹਨਾਂ ਸਿਪਾਹੀਆਂ ਨੂੰ ਸ਼ਹਾਦਤ ਦਾ ਦਰਜਾ ਨਹੀਂ ਦਿੱਤਾ। ਇਹ ਕਹਿੰਦੇ ਨੇ ਕਿ ਉਹ ਅੰਗਰੇਜ਼ਾਂ ਵੱਲੋਂ ਲੜੇ, ਇਸ ਕਰਕੇ ਉਹ ਭਾਰਤ ਦੇ ਗੱਦਾਰ ਨੇ। ਮੈਂ ਤੇ ਇਸ ਗੱਲ ਨੂੰ ਕੰਡੈਮ ਕਰਦਾ। ਮੈਂ ਆਪਣੀ ਸਰਕਾਰ ਨੂੰ ਜਾਂ ਮੈਂ ਜਿਹੜੇ ਸਿੱਖ ਭਾਈਚਾਰੇ ਨੂੰ ਇਹ ਗੱਲ ਕਹਿਣਾ, ਪੰਜਾਬੀ ਭਾਈਚਾਰੇ ਨੂੰ ਇਹ ਗੱਲ ਕਹਿਣਾ ਕਿ ਇਹ ਮੈਡਲ ਸਿਰਫ ਸਰਦਾਰਾਂ ਨੂੰ ਨਹੀਂ ਮਿਲੇ, ਇਹ ਹਿੰਦੂਆਂ ਨੂੰ ਵੀ ਮਿਲੇ, ਕ੍ਰਿਸਚਨਸ ਨੂੰ ਵੀ ਮਿਲੇ
ਔਰ ਉਸ ਵੇਲੇ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੂੰ ਵੀ ਮਿਲੇ, ਕਿਉਂਕਿ ਉਸ ਵੇਲੇ ਤੇ ਸਾਰੇ ਇਕੱਠੇ ਸੀਗੇ। ਆਫਟਰ ਦੈਟ ਜਿਹੜੀ ਉਸ ਵੇਲੇ ਇੰਗਲੈਂਡ ਦੇ ਤਖਤ ਤੇ ਮਹਾਰਾਣੀ ਬੈਠੀ ਸੀ, ਉਹਦਾ ਨਾਂ ਕੁਈਨ ਮੇਰੀ ਸੀ। ਕੁਈਨ ਮੇਰੀ ਨੇ ਹਰ ਬਲੀਦਾਨ ਦੇਣ ਵਾਲੇ ਸਿਪਾਹੀ ਦੇ ਘਰ ਇੱਕ ਪਲੇਟ ਭੇਜੀ, 2 ਚਾਂਦੀ ਦੇ ਮੈਡਲ ਭੇਜੇ, 1 ਪਿੱਤਲ ਦਾ ਮੈਡਲ ਭੇਜਿਆ। ਇਹਦੇ ਉੱਤੇ ਲਿਖਿਆ ਹੋਇਆ ਹੀ ਡਾਈਡ ਫॉर ਫਰੀडम ਐਂਡ ਆਨਰ, ਥੱਲੇ ਸਿਪਾਹੀ ਦਾ ਨਾਂ ਲਿਖਿਆ। ਔਰ ਉਹ ਜੋ ਲਿਖਦੀ ਹੈ ਇਸ ਸਿਪਾਹੀ ਬਾਰੇ ਬੜਾ ਵਧੀਆ ਹੈਗਾ ਕਿ ਦੁੱਖ ਅਤੇ ਸਨੇਹ ਦੀ ਹਾਲਤ ਵਿੱਚ ਮੇਰੇ ਵਿਚਾਰ ਉੱਡ ਕੇ ਸਮੁੰਦਰੋਂ ਪਾਰ ਮੇਰੀਆਂ ਭੈਣਾਂ ਦੇ ਕੋਲ ਉਸ ਸੁਰਗ ਰੂਪੀ ਭਾਰਤ ਦੇਸ਼ ਵਿੱਚ ਜਾਂਦੇ ਹਨ, ਜਿਸ ਨੂੰ ਮੈਂ 2 ਵਾਰ ਦੇਖ ਚੁੱਕੀ ਹਾਂ ਔਰ ਜਿਸ ਨਾਲ ਮੈਨੂੰ ਦਿਲੀ ਪ੍ਰੇਮ ਹੈ। ਇਹ ਚਿੱਤਰ ਮੈਂ ਤੁਹਾਨੂੰ ਰਾਜ ਦੇ ਉਸ ਮਾਨਯੋਗ ਯੋਧੇ ਸਿਪਾਹੀ ਦੀ ਯਾਦਗਾਰ ਵਿੱਚ ਘੱਲਦੀ ਹਾਂ, ਜਿਸ ਨੇ ਜ਼ੁਲਮ ਔਰ ਪ੍ਰਤਿੱਗਿਆ ਤੋੜਨ ਦੇ ਵਿਰੁੱਧ ਸਚਾਈ ਔਰ ਸੁਤੰਤਰਤਾ ਦੇ ਸ਼ਾਨਦਾਰ ਯੁੱਧ ਵਿੱਚ ਤੁਹਾਡੀ ਔਰ ਸਾਡੀ ਖਾਤਰ ਜਾਨ ਵਾਰ ਦਿੱਤੀ। ਇਹ ਮਲਕਾ ਜਿਹੜੀ ਆ ਉਸ ਵੇਲੇ ਦੀ ਉਹ ਲਿਖ ਰਹੀ ਆ ਉਸ ਪਰਿਵਾਰ ਨੂੰ। ਦੀਪ ਸਾਹਿਬ, ਮੈਂ ਤੁਹਾਡੀ ਗੱਲ ਵਿੱਚੋਂ ਟੋਕ ਰਿਹਾ ਕਿ ਕੀ ਇਹਨਾਂ ਨੇ, ਅਸੀਂ ਇਹਨਾਂ ਨੂੰ ਗਦਾਰ ਲੋਕ ਕਹਿੰਦੇ ਨੇ ਕਿ ਗਦਾਰ ਨੇ, ਦੇਸ਼ ਦੇ ਗਦਾਰ ਨੇ, ਜਾਂ ਅਸੀਂ ਅੰਗਰੇਜ਼ਾਂ ਵਿਰੁੱਧ ਲੜ ਰਹੇ, ਤੁਸੀਂ ਕਿਸ ਨਜ਼ਰੀਏ ਨਾਲ ਦੇਖਿਆ ਔਰ ਕੀ ਮਹਿਸੂਸ ਕੀਤਾ ਕਿ ਅੰਗਰੇਜ਼ ਸਾਡੇ ਨਾਲ ਵਧੀਆ ਬਿਹੇਵ ਕਰਦੇ ਸੀ ਉਸ ਟਾਈਮ ਵਿੱਚ ਵੀ? ਨਹੀਂ, ਇਹ ਜਿਹੜਾ ਨਾ ਲੋਕ ਨਹੀਂ ਕਹਿੰਦੇ, ਪਹਿਲੀ ਗੱਲ ਇਹ ਸਰਕਾਰ ਹੀ ਮੰਨੀ ਬੈਠੀ ਹੈ। ਲੋਕ ਨਹੀਂ ਕਹਿੰਦੇ, ਲੋਕ ਬਿਲਕੁਲ ਨਹੀਂ ਕਹਿੰਦੇ, ਔਰ ਪੰਜਾਬੀ ਤੇ ਬਿਲਕੁਲ ਨਹੀਂ ਕਹਿੰਦੇ। ਅੱਜ ਸਾਡੇ ਇੱਕ ਮਿੱਤਰ ਨੇ, ਇਹਨਾਂ ਦਾ ਨਾਮ ਹੈ ਭੁਪਿੰਦਰ ਸਿੰਘ ਹਾਲੈਂਡ। ਇਹਨਾਂ ਦੇ ਇਸ ਸਾਈਜ਼ ਦੇ 2 ਵਾਲੀਅਮ ਛਪ ਕੇ ਸਾਡੇ ਸਾਹਮਣੇ ਨੇ, ਔਰ ਇਹ ਇਕੱਲਾ ਬੰਦਾ ਹੈ ਭੁਪਿੰਦਰ ਸਿੰਘ ਹਾਲੈਂਡ, ਜਿਹੜਾ ਵਰਲਡ ਦੇ ਵਿੱਚ ਇਹਨਾਂ ਮਹਾਨ ਸੂਰਵੀਰਾਂ ਦੀਆਂ ਯਾਦਾਂ ਕਾਇਮ ਕਰ ਰਿਹਾ। ਅੱਜ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ, ਪਿਛਲੇ ਸਾਲ ਇੰਗਲੈਂਡ ਨੇ ਇਹਨਾਂ ਦੀ ਯਾਦਗਾਰ ਬਣਾਈ ਹੈ, ਬੈਲਜੀਅਮ ਦੇ ਵਿੱਚ ਯਾਦਗਾਰਾਂ ਬਣੀਆਂ ਨੇ, ਫਰਾਂਸ ਦੇ ਵਿੱਚ ਯਾਦਗਾਰਾਂ ਬਣੀਆਂ, ਬਹੁਤ ਸਾਰੇ ਕੰਟਰੀਜ਼ ਇਹਨਾਂ ਦੀਆਂ ਯਾਦਗਾਰਾਂ ਬਣਾ ਰਹੇ ਆ। ਮੈਂ ਆਪਣੀ ਸਰਕਾਰ ਨੂੰ ਸਿਰਫ ਇਹ ਗੱਲ ਕਹਿਣਾ ਹੈ ਕਿ ਤੁਸੀਂ ਇੱਕ ਕੰਮ ਕਰੋ, ਤੁਸੀਂ ਇਹਨਾਂ ਨੂੰ ਕਹਿੰਦੇ ਹੋ ਨਾ, ਇਹ ਤੇ ਉਹ ਸਿਪਾਹੀ ਨੇ ਜਿਨ੍ਹਾਂ ਦੇ ਵਿਸ਼ਵ ਦੇ ਵੱਡੇ ਕੰਟਰੀ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਈ। ਇਹਨਾਂ ਦੀ ਕੁਰਬਾਨੀ ਨੂੰ, ਇਹਨਾਂ ਦੇ ਬਲੀਦਾਨ ਨੂੰ ਛੋਟਾ ਨਾ ਕਰੋ, ਵਿਸ਼ਵ ਦੇ ਘੇਰੇ ਦੇ ਵਿੱਚ ਲੈ ਕੇ ਇਹਨਾਂ ਦੇ ਬਲੀਦਾਨ ਦੀ ਕਦਰ ਕਰੋ। ਇਹਨਾਂ ਦੇ ਜਿਹੜੇ ਪੁੱਤਰ ਪੋਤਰੇ ਨੇ ਉਹਨਾਂ ਨੂੰ ਲੱਭੋ, ਕਿਉਂਕਿ ਇਹ ਸਿਪਾਹੀਆਂ ਨੇ ਵਿਚਾਰਿਆਂ ਨੇ ਹਿੰਦੁਸਤਾਨ ਗੌਰਮੈਂਟ ਕੋਲੋਂ ਕੀ ਲਿਆ? ਇਹ ਜਦੋਂ ਵਰਲਡ ਵਾਰ ਲੜਨ ਗਏ, ਇਹਨਾਂ ਦੀ ਤੇ 8 ਰੁਪਏ ਤਨਖਾਹ ਸੀ, ਇਹਨਾਂ ਦੀ 12 ਰੁਪਏ ਤਨਖਾਹ ਸੀ, ਔਰ ਜਿਹਦੀ 8 ਰੁਪਏ ਤਨਖਾਹ ਹੋਏਗੀ ਉਸ ਵੇਲੇ ਉਹ ਕੁਰਬਾਨੀ ਦੇ ਗਿਆ, ਉਹਦੀ ਪੈਨਸ਼ਨ ਕਿੰਨੀ ਲੱਗੀ ਹੋਏਗੀ, ਕੀ ਲੱਗਿਆ ਹੋਏਗਾ? ਜਾਂ ਉਹਨਾਂ ਦੇ ਪਿਛਲਿਆਂ ਨੇ, ਉਹਨਾਂ ਦੇ ਪਰਿਵਾਰਾਂ ਨੇ ਸਰਕਾਰਾਂ ਕੋਲੋਂ ਕੀ ਬੈਨੀਫਿਟ ਲਏ ਹੋਣਗੇ? ਪਹਿਲੀ ਵਰਲਡ ਵਾਰ ਦੇ ਵਿੱਚ, ਦੂਸਰੀ ਵਰਲਡ ਵਾਰ ਦੇ ਵਿੱਚ ਭਾਰਤੀ ਲੋਕਾਂ ਦੀ ਇੱਕ ਵੱਡੀ ਭੂਮਿਕਾ ਹੈ, ਔਰ ਸਾਨੂੰ ਚਾਹੀਦਾ ਹੈਗਾ ਕਿ ਉਸ ਭੂਮਿਕਾ ਨੂੰ ਅਸੀਂ ਵਿਸ਼ਵ ਕੀਰਤੀਮਾਨ ਵਜੋਂ ਲਈਏ ਕਿ ਇਹਨਾਂ ਲੋਕਾਂ ਨੇ ਪੂਰੇ ਵਿਸ਼ਵ ਦੇ ਵਿੱਚ, ਇਹਨਾਂ ਪੰਜਾਬੀਆਂ ਨੇ ਪੂਰੇ ਵਿਸ਼ਵ ਦੇ ਵਿੱਚ ਹਿੰਦੁਸਤਾਨ ਦਾ ਨਾਮ ਰੌਸ਼ਨ ਕੀਤਾ, ਕਿ ਅੱਜ ਉਹਨਾਂ ਲੋਕਾਂ ਨੂੰ ਸਾਡੀਆਂ ਕੁਰਬਾਨੀਆਂ ਲਈ ਵੱਡੀਆਂ ਯਾਦਗਾਰਾਂ ਬਣਾਉਣੀਆਂ ਪੈ ਰਹੀਆਂ ਨੇ। ਤੇ ਆਪਣੇ ਦੇਸ਼ ਦੇ ਵਿੱਚ ਅਸੀਂ ਇਹਨਾਂ ਦਾ ਨਾਂ ਲਈਏ, ਨਾਂ ਲੈਣਾ ਪਸੰਦ ਵੀ ਨਾ ਕਰੀਏ, ਕਿੰਨੀ ਹਾਸੋਹੀਣੀ ਗੱਲ ਹੈ। ਅਸੀਂ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਪਹਿਲੋਂ ਤੇ ਪਹਿਚਾਨੀਏ, ਇਹਨਾਂ ਦੀ ਸ਼ਨਾਖਤ ਕਰੀਏ, ਇਹਨਾਂ ਨੂੰ ਮਾਨ ਤਾਨ ਦਈਏ। ਡੈਥ ਤੋਂ ਬਾਅਦ ਵੀ ਸਨਮਾਨ ਦਿੱਤੇ ਜਾ ਸਕਦੇ ਨੇ, ਇਹ ਨਹੀਂ ਕਿ ਡੈਥ ਵੇਲੇ ਹੀ ਸਨਮਾਨ ਦਿੱਤੇ ਜਾ ਸਕਦੇ ਨੇ, ਇਹ ਸਨਮਾਨ ਜਿਹੜੇ ਨੇ ਉਹ ਡੈਥ ਤੋਂ ਬਾਅਦ ਵੀ ਦਿੱਤੇ ਜਾ ਸਕਦੇ ਨੇ। ਅਸੀਂ ਇਹਨਾਂ ਨੂੰ ਮਾਨ ਸਨਮਾਨ ਦਈਏ, ਜਿਸ ਤਰ੍ਹਾਂ ਭੁਪਿੰਦਰ ਸਿੰਘ ਹਾਲੈਂਡ ਹੋਣਾ ਨੇ ਵੱਡਾ ਕੰਮ ਕੀਤਾ, ਔਰ ਮੈਂ ਤੇ ਇੱਕ ਛੋਟਾ ਜਿਹਾ ਕੰਮ ਕੀਤਾ ਕਿ ਮੈਂ ਇਹ ਜਿਹੜੇ ਡੈਥ ਪੈਨੀਜ਼ ਨੇ, ਜਿਨ੍ਹਾਂ ਨੂੰ ਅਸੀਂ ਡੈਥ ਪਲੇਟਸ ਕਹਿ ਦਿੰਦੇ ਹਾਂ, ਮੇਰੇ ਕੋਲ ਵੱਡੀ ਗਿਣਤੀ 'ਚ ਨੇ, 500 ਦੇ ਕਰੀਬ ਨੇ, ਔਰ ਵਿਸ਼ਵ ਦਾ ਕੀਰਤੀਮਾਨ ਹੈ ਕਿ ਮੈਂ ਇੰਨੀਆਂ ਪਲੇਟਸ ਇਕੱਠੀਆਂ ਕੀਤੀਆਂ। ਵਰਲਡ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹਦੇ ਕੋਲ ਇੰਨੀਆਂ ਪਲੇਟਸ ਹੋਣ, ਇੰਨੀਆਂ ਡੈਥ ਪਲੇਟਸ ਹੋਣ, ਔਰ ਇਹਨਾਂ ਨੂੰ ਇੱਕ ਵੱਡਾ ਮਿਊਜ਼ੀਅਮ ਬਣਾ ਕੇ ਉਹਦੇ ਵਿੱਚ ਇਹਨਾਂ ਦੀਆਂ ਕੁਰਬਾਨੀਆਂ, ਇਹਨਾਂ ਜਿਹੜੇ ਦੇਸ਼ ਦੇ ਵਿੱਚ ਜਾ ਕੇ ਲੜਾਈਆਂ ਲੜੀਆਂ, ਉਹਨਾਂ ਦੇਸ਼ਾਂ ਦਾ ਵੇਰਵਾ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘੇ, ਕਿੰਨੀ ਹਿੰਦੁਸਤਾਨ 'ਚ ਗੁਰਬਤ ਸੀ ਕਿ ਬੰਦਾ 8 ਰੁਪਏ ਤਨਖਾਹ ਲੈਣ ਵਾਸਤੇ ਫਰਾਂਸ ਦੇ ਵਿੱਚ ਲੜ ਰਿਹਾ, ਔਰ ਅਸੀਂ 303 ਦੀ ਰਾਈਫਲ ਲੈ ਕੇ ਲੜ ਰਹੇ ਹਾਂ। ਉਹਨਾਂ ਕੋਲ ਗੈਸ ਦੇ ਬੰਬ ਨੇ, ਉਹ ਇੱਕ ਬੰਬ ਸੁੱਟਦੇ ਆ, ਸਾਡਾ 2000 ਸਿਪਾਹੀ ਮਾਰਿਆ ਜਾਂਦਾ।
ਹੈ ਨਾ। ਇੰਨੀਆਂ ਵੱਡੀਆਂ ਕੁਰਬਾਨੀਆਂ ਨੂੰ ਅਸੀਂ ਨਜ਼ਰਅੰਦਾਜ਼ ਨਾ ਕਰੀਏ, ਇਹਨਾਂ ਨੂੰ ਇੰਪੋਰਟੈਂਸ ਦਈਏ। ਜਿਸ ਤਰ੍ਹਾਂ ਸਾਡੇ ਦੂਸਰੇ ਸਾਥੀ ਕੰਮ ਕਰ ਰਹੇ ਨੇ, ਅਸੀਂ ਕੰਮ ਕਰ ਰਹੇ ਹਾਂ, ਤੇ ਇਸ ਕੰਮ ਨੂੰ ਸਰਕਾਰ ਵੀ ਸਮਝੇ ਔਰ ਇਹਨਾਂ ਨੂੰ ਮਾਣ ਤਾਣ ਦੇਣ ਵਾਸਤੇ ਹਰ ਸ਼ਹਿਰ ਦੇ ਵਿੱਚ ਵੱਡੇ ਮਿਊਜ਼ੀਅਮ ਸਥਾਪਿਤ ਕਰੇ, ਤਾਂ ਕਿ ਸਾਡੇ ਜਿਹੜੀ ਬਹਾਦਰੀ ਦੀ ਗਾਥਾ ਹੈਗੀ ਆ ਉਹਨੂੰ ਪੂਰਾ ਵਿਸ਼ਵ ਸਮਝ ਸਕੇ ਤੇ ਉਹਨੂੰ ਪਤਾ ਲੱਗੇ ਕਿ ਪੰਜਾਬੀ ਕਿੰਨੇ ਗੌਰਵਮਈ ਇਤਿਹਾਸ ਦੇ ਮਾਲਕ ਨੇ, ਕਿੰਨੇ ਮਹਾਨ ਨੇ ਔਰ ਕਿੰਨੀ ਸੂਰਬੀਰਤਾ ਦੇ ਨਾਲ ਇਹ ਲੜ ਸਕਦੇ ਨੇ। ਇਸ ਗੱਲ ਦਾ ਪੂਰੇ ਵਿਸ਼ਵ ਦੇ ਵਿੱਚ ਡੰਕਾ ਵੱਜਣਾ ਚਾਹੀਦਾ ਹੈ। ਮੈਂ ਸਿਰਫ ਇਸ ਗੱਲ ਤੇ ਪਹਿਰਾ ਦੇਣ ਵਾਸਤੇ ਇਹ ਸਾਰਾ ਕੰਮ ਕਰ ਰਿਹਾ। ਇਹ ਤਾਂ ਗੱਲ ਹੋਈ ਜਿਨ੍ਹਾਂ ਨੂੰ ਡੈਥ ਪਲੇਟਸ ਮਿਲੀਆਂ। ਕਹਿੰਦੇ ਨੇ ਕਿ ਉਸ ਵੇਲੇ ਬਰਤਾਨੀਆ ਨੇ ਕਾਫੀ ਹੋਰ ਸਹੂਲਤਾਂ ਵੀ ਜਿਹੜੇ ਸਾਡੇ ਜ਼ਖਮੀ ਸਿਪਾਹੀ ਸੀਗੇ ਉਹਨਾਂ ਨੂੰ ਵੀ ਦਿੱਤੀਆਂ। ਉਹਨਾਂ ਬਾਰੇ ਕੀ ਕਲੈਕਸ਼ਨ ਹੈ, ਕੀ ਹੁਣ ਤੱਕ ਤੁਸੀਂ ਉਸ ਬਾਰੇ ਜਾਣਕਾਰੀ ਰੱਖਦੇ ਹੋ ਜਿਹੜੇ ਸਾਡੇ ਦਰਸ਼ਕਾਂ ਨੂੰ? ਫੋਟੋਗ੍ਰਾਫਸ ਤੁਸੀਂ ਇਸ ਰੂਮ 'ਚ ਲੱਗੀਆਂ ਦੇਖ ਰਹੇ ਹੋ, ਇਹ ਸਾਰੀਆਂ ਨੈੱਟ ਦੇ ਉੱਤੇ ਪਈਆਂ ਨੇ। ਅਗਰ ਕਿਸੇ ਵੀ ਵਿਅਕਤੀ ਨੂੰ ਜਿਹਨੂੰ ਆਪਣੇ ਦੇਸ਼ ਨਾਲ ਜਾਂ ਪੰਜਾਬੀਆਂ ਦੇ ਨਾਲ ਮੁਹੱਬਤ ਹੈ, ਉਹ ਨੈੱਟ ਤੋਂ ਕੱਢ ਕੇ ਦੇਖ ਸਕਦਾ। ਵੈਸੇ ਤੁਸੀਂ ਦੇਖ ਵੀ ਰਹੇ ਹੋ ਸਾਰੀਆਂ ਕੁਰਬਾਨੀਆਂ। ਅੰਗਰੇਜ਼ ਲੋਕਾਂ 'ਚ ਜਿਹੜੀਆਂ ਸਿਫਤਾਂ ਨੇ, ਸਾਨੂੰ ਹਿਸਟਰੀ ਪੜ੍ਹਾਈ ਗਈ ਅੰਗਰੇਜ਼ਾਂ ਨੂੰ ਗਾਲਾਂ ਕੱਢਣ ਵਾਸਤੇ, ਸਾਨੂੰ ਹਿਸਟਰੀ ਪੜ੍ਹਾਈ ਗਈ ਮੁਸਲਮਾਨਾਂ ਨੂੰ ਗਾਲਾਂ ਕੱਢਣ ਵਾਸਤੇ, ਦੂਸਰੀਆਂ ਜਿਹੜੀਆਂ ਡਾਇਨੈਸਟੀ ਜਿਹੜੀਆਂ ਹਮਲਾਵਰ ਆਏ ਉਹਨਾਂ ਨੂੰ ਗਾਲਾਂ ਕੱਢਣ ਵਾਸਤੇ। ਐਕਚੁਅਲੀ ਹਿਸਟਰੀ ਇਸ ਤਰ੍ਹਾਂ ਨਹੀਂ ਹੈਗੀ। ਹਿਸਟਰੀ ਨੂੰ ਹਿਸਟਰੀ ਵਾਂਗ ਲੈਣਾ ਚਾਹੀਦਾ। ਕਿਹੜੇ ਕਿਹੜੇ ਹਮਲਾਵਰ ਆਏ, ਉਹਨਾਂ ਨੇ ਕੀ ਕੀ ਕੰਮ ਕੀਤੇ, ਕੀ ਚੰਗੇ ਕੰਮ ਕੀਤੇ, ਕੀ ਮਾੜੇ ਕੰਮ ਕੀਤੇ, ਕੀ ਉਹਨਾਂ ਦੇ ਨਾਲ ਸਾਡੇ ਇਤਿਹਾਸ ਦੇ ਵਿੱਚ ਚੇਂਜਸ ਆਈਆਂ, ਇਹਨਾਂ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ। ਪਰ ਅੰਗਰੇਜ਼ਾਂ ਦੀ ਤੁਸੀਂ ਗੱਲ ਕੀਤੀ ਕਿ ਅੰਗਰੇਜ਼ ਜਿਹੜੇ ਲੋਕ ਸੀਗੇ, ਜੇਕਰ ਉਹਨਾਂ ਨੂੰ ਗ੍ਰੇਟ ਕਿਹਾ ਗਿਆ, ਮਹਾਨ ਕਿਹਾ ਗਿਆ, ਕਿਉਂ ਕਿਹਾ ਗਿਆ? ਕਿਉਂਕਿ ਉਹ ਆਪਣੇ ਲੋਕਾਂ ਦੀ ਕਦਰ ਬਹੁਤ ਕਰਦੇ। ਉਹਨਾਂ ਵੱਲੋਂ ਕੋਈ ਵੀ ਲੜੇ, ਉਹਨਾਂ ਰੱਜ ਕੇ ਉਹਦੀ ਕਦਰ ਕਰਨੀ ਹੈ। ਤੁਸੀਂ ਇਹ ਫੋਟੋਗ੍ਰਾਫਸ ਦੇਖ ਰਹੇ ਹੋ ਕਿ ਬਹੁਤ ਸਾਰੇ ਪੰਜਾਬੀ ਸਿਪਾਹੀ ਜਿਹੜੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਆ, ਉਹ ਜ਼ਖਮੀ ਨੇ ਔਰ ਜ਼ਖਮੀ ਆ। ਹਸਪੀਟਲ ਨੈਚੁਰਲੀ ਭਰ ਗਏ ਹੋਣਗੇ। ਕੋਈ ਵੀ ਮਹਾਮਾਰੀ ਆਉਂਦੀ ਹੈ, ਅਸੀਂ ਰੀਸੈਂਟਲੀ ਦੇਖ ਰਹੇ ਹਾਂ ਹਸਪੀਟਲ ਭਰ ਜਾਂਦੇ ਨੇ। ਪਰ ਅੰਗਰੇਜ਼ਾਂ ਨੇ ਆਪਣੇ ਮਹਿਲ ਖੋਲ੍ਹ ਦਿੱਤੇ, ਆਪਣੇ ਬਰਮਿੰਘਮ ਪੈਲੇਸ ਖੋਲ੍ਹ ਦਿੱਤਾ, ਵੱਡੇ ਵੱਡੇ ਮਹਿਲ ਖੋਲ੍ਹ ਕੇ ਉਹਨਾਂ ਨੂੰ ਵਿੱਚ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਲਟਾਇਆ ਗਿਆ। ਉੱਥੇ ਉਹਨਾਂ ਦੇ ਇਲਾਜ ਹੋਏ, ਉਹਨਾਂ ਨੂੰ ਠੀਕ ਕੀਤਾ ਗਿਆ, ਹੈ ਨਾ। ਅਸੀਂ ਇਹ ਗੱਲਾਂ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ। ਜਿਸ ਤਰ੍ਹਾਂ ਇਹ ਮੈਂ ਕੁਈਨ ਮੇਰੀ ਦੀ ਗੱਲ ਕਰਦਾ ਕਿ ਹਰ ਫੌਤ ਹੋਣ ਵਾਲੇ ਸਿਪਾਹੀ ਦੇ ਘਰ ਕੁਈਨ ਮੇਰੀ ਨੇ ਆਪਣੇ ਹੱਥ ਦੇ ਨਾਲ, ਹੈਂਡ ਰਾਈਟਿੰਗ ਉਹਦੀ ਹੈ, ਉੱਤੇ ਸ਼ੋਕ ਸੰਦੇਸ਼ ਭੇਜਿਆ, ਜਿਹੜਾ ਮੈਂ ਹੁਣੇ ਪੜ੍ਹ ਕੇ ਦੱਸਿਆ। ਕਿੰਨੇ ਸਿਪਾਹੀ ਮਰੇ ਹੋਣਗੇ, ਕਿੰਨੇ ਸਿਪਾਹੀਆਂ ਨੇ ਕੁਰਬਾਨੀ ਦਿੱਤੀ ਹੋਏਗੀ, ਔਰ ਹਰ ਸਿਪਾਹੀ ਦੇ ਘਰ ਉਸ ਨੇ ਇਹ ਸ਼ੋਕ ਸੰਦੇਸ਼ ਭੇਜਿਆ। ਔਰ ਫਿਰ ਉਹਨੂੰ ਇਹ ਪਤਾ ਸੀਗਾ ਕਿ ਇਹਨਾਂ ਲੋਕਾਂ ਨੂੰ ਸਾਡੀ ਜ਼ੁਬਾਨ ਨਹੀਂ ਆਉਂਦੀ, ਭਾਸ਼ਾ ਨਹੀਂ ਆਉਂਦੀ। ਇੱਥੇ ਜਿਹੜਾ ਵਾਇਸਰਾਏ ਸੀ ਉਹਦੀ ਟਰਾਂਸਲੇਸ਼ਨ ਕਰਦਾ ਸੀ, ਹੈ ਨਾ। ਅੰਗਰੇਜ਼ ਦੇ ਰਾਜ ਨੂੰ ਅੱਜ ਅਸੀਂ ਚੰਗਾ ਰਾਜ ਕਹਿ ਰਹੇ ਹਾਂ, ਕਿਉਂਕਿ ਹੁਣ ਅਸੀਂ ਤੁਲਨਾਤਮਕ ਅਧਿਐਨ ਕਰਨ ਦੇ ਕਾਬਿਲ ਹੋ ਗਏ, ਕਾਬਿਲ ਹੈ ਕਿ ਅਸੀਂ ਤੁਲਨਾਤਮਕ ਅਧਿਐਨ ਕਰ ਸਕੀਏ। ਲੇਕਿਨ ਹੋਇਆ ਕਿ ਅਸੀਂ ਕਹਿੰਦੇ ਕਿ ਅੰਗਰੇਜ਼ ਸਾਰਾ ਕੁਝ ਲੁੱਟ ਕੇ ਲੈ ਗਏ। ਕਿ ਜਿਹੜੇ ਬਾਅਦ ਵਿੱਚ ਹਿੰਦੁਸਤਾਨ ਦੇ ਤਖਤ ਦੇ ਉੱਤੇ ਬੈਠੇ, ਉਹਨਾਂ ਨੇ ਘੱਟ ਕੀਤੀ। ਅੱਜ ਅਸੀਂ ਖੁੱਲ੍ਹ ਕੇ ਹਰ ਮਹਿਫਿਲ ਵਿੱਚ ਗੱਲ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ, ਅੰਗਰੇਜ਼ਾਂ ਨੇ ਨਹੀਂ ਲੁੱਟਿਆ, ਬਾਹਰੀ ਹਮਲਾਵਰਾਂ ਨੇ ਉਹਨਾਂ ਨੇ ਲੁੱਟਿਆ, ਜਿੰਨਾ ਸਾਨੂੰ ਆਪਣਿਆਂ ਨੇ ਲੁੱਟ ਲਿਆ। ਸਾਨੂੰ ਤਾਂ ਕਸਾਰਾ ਇਸ ਗੱਲ ਦਾ ਹੈ ਨਾ। ਉਹ ਕਹਿੰਦੇ ਹੁੰਦੇ ਨਾ, ਇੱਕ ਉਰਦੂ ਦਾ ਸ਼ੇਰ ਹੈ ਕਿ ਪੇੜੋਂ ਕੋ ਛੋੜ ਕਰ ਜੋ ਉੜੇ ਉਨਕਾ ਜ਼ਿਕਰ ਕਿਆ, पेड़ों को छोड़कर जो उड़े उनका जिक्र क्या, पाले हुए भी गैर की छत पर उतर गए। ਇਹਨਾਂ ਨੇ ਵੀ ਇੱਥੋਂ ਪੈਸੇ ਕਮਾਏ, ਜਾ ਕੇ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ। ਲਾਨਤ ਹੈ ਸਾਨੂੰ ਇਹੋ ਜਿਹੀਆਂ ਸਰਕਾਰਾਂ ਦੀ। ਇਹਦੇ ਨਾਲੋਂ ਤਾਂ ਅਸੀਂ ਕਹਿੰਦੇ ਕਿ ਅੰਗਰੇਜ਼ ਚੰਗੇ ਸੀਗੇ, ਬਾਹਰੀ ਹਮਲਾਵਰ ਚੰਗੇ ਸੀਗੇ। ਜੇ ਸਾਡੇ ਜਿਹੜੇ ਤਖਤ 'ਤੇ ਬਿਠਾਏ ਹੋਏ ਸਾਡੇ ਚੁਣੇ ਹੋਏ ਲੋਕਾਂ ਨੇ ਵੀ ਸਾਨੂੰ ਲੁੱਟਣਾ ਹੈਗਾ, ਤੇ ਅਸੀਂ ਇਸ ਗੱਲ ਕਹਿਣ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨਾਲੋਂ ਉਹ ਚੰਗੇ ਸੀ। ਉਹ ਵਿਅਕਤੀ ਦੀ ਕਦਰ ਜਾਣਦੇ ਸੀ, ਵਿਅਕਤੀ ਦੇ ਕੰਮ ਦੀ ਕਦਰ ਜਾਣਦੇ ਸੀਗੇ, ਔਰ ਉਹਦਾ ਪ੍ਰੋਪਰ ਐਪਰੋਪਰੀਏਟ ਮੁੱਲ ਪਾਉਂਦੇ ਸੀਗੇ ਕਿ ਇਹ ਇਸ ਬੰਦੇ ਨੇ ਕੰਮ ਕੀਤਾ, ਮੈਂ ਇਹਦਾ ਮੁੱਲ ਪਾਵਾਂ। ਦੇਵ ਜੀ, ਗੱਲ ਸ਼ੁਰੂ ਹੋਈ ਸੀ ਕਲੈਕਸ਼ਨ ਦੀ, ਲੇਕਿਨ ਬੜੀ ਜਿਹੜੀ ਦੁੱਖ ਵਾਲੀ ਨਾੜ ਫੜ ਲਈ ਤੁਸੀਂ। ਵਧੀਆ ਵੀ ਆ ਕਿ ਹਮਲਾ ਇਹ ਪੰਜਾਬੀਆਂ ਨੂੰ ਮਾਰਨਾ ਚਾਹੀਦਾ ਜਾਂ ਐਕਸ ਆਰਮੀ, ਜਾਂ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ? ਸਰਕਾਰਾਂ ਕੋਲੋਂ ਲੋਕਾਂ ਨੇ ਉਮੀਦ ਕਰਨੀ ਛੱਡ ਦਿੱਤੀ ਹੈ। ਤੁਸੀਂ ਕੀ ਸਮਝਦੇ ਹੋ, ਸਾਨੂੰ ਕਿਸ ਰਸਤੇ ਤੇ? ਮੈਂ ਇਹ ਗੱਲ ਸਮਝਦਾ ਕਿ ਸਰਕਾਰਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਹੁੰਦੀ।
ਸਰਕਾਰਾਂ ਹੁਣ ਜਿਹੜੀਆਂ ਤਖਤ ਤੇ ਬੈਠਦੀਆਂ ਉਹਨਾਂ ਨੂੰ ਇੰਨਾ ਪਤਾ ਕਿ ਅਸੀਂ ਗੱਦੀ ਹਥਿਆਉਣੀ ਕਿਸ ਤਰ੍ਹਾਂ ਹੈ, ਪੈਸੇ ਕਿਸ ਤਰ੍ਹਾਂ ਕਮਾਉਣੇ ਆ, ਅਗਲੀ ਇਲੈਕਸ਼ਨ ਕਿਸ ਤਰ੍ਹਾਂ ਜਿੱਤਣੀ ਹੈ। ਉਹਨਾਂ ਨੂੰ ਇਹਨਾਂ ਤਿੰਨਾਂ ਗੱਲਾਂ ਦਾ ਪਤਾ ਹੈ, ਅਗਲੀ ਕਿਸੇ ਗੱਲ ਦਾ ਨਹੀਂ ਪਤਾ। ਕੋਈ ਸਰਕਾਰ ਹਿਸਟਰੀ ਤੇ ਕੰਮ ਨਹੀਂ ਕਰਵਾ ਰਹੀ, ਕੋਈ ਸਰਕਾਰ ਆਰਕੀਓਲੋਜੀ ਤੇ ਕੰਮ ਨਹੀਂ ਕਰਵਾ ਰਹੀ। ਕੋਈ ਗ੍ਰਾਂਟ ਮੈਨੂੰ ਦੱਸੋ ਕਿ ਰਾਖਵੀਂ ਰੱਖੀ ਹੋਵੇ ਆਰਕੀਓਲੋਜੀ ਤੇ ਸਰਵੇ ਕਰਵਾਉਣ ਵਾਸਤੇ, ਜਾਂ ਵੱਡੇ ਮਿਊਜ਼ੀਅਮ ਬਣਾਉਣ ਵਾਸਤੇ, ਜਾਂ ਹਿਸਟਰੀ ਦੇ ਮਿਊਜ਼ੀਅਮ ਬਣਾਉਣ ਵਾਸਤੇ। ਕਿਸੇ ਸਰਕਾਰ ਨੇ ਕੋਈ ਮਿਊਜ਼ੀਅਮ ਸਥਾਪਿਤ ਕੀਤਾ ਹੋਵੇ ਆਪਣੇ ਰਾਜ ਦੇ ਵਿੱਚ, ਮੈਨੂੰ ਦੱਸ ਦੇਣ। ਕੋਈ ਨਹੀਂ ਕਰ ਰਹੇ। ਲੇਕਿਨ ਜਿਹੜੇ ਪੰਜਾਬੀ ਕੰਮ ਕਰ ਰਹੇ ਆ, ਸਾਨੂੰ ਇਹ ਬੀੜਾ ਪੰਜਾਬੀਆਂ ਨੂੰ ਹੀ ਚੁੱਕਣਾ ਪਏਗਾ ਕਿ ਜੇ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਸਾਨੂੰ ਉਹਨਾਂ ਦੇ ਅਤੀਤ ਨੂੰ ਸੰਭਾਲਣ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ। ਜਿਸ ਤਰ੍ਹਾਂ ਮੈਂ ਕਰ ਰਿਹਾ ਅਦਨਾ ਜਿਹਾ ਯਤਨ, ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਇਹਦੇ ਨਾਲ ਦੀਆਂ 500 ਪਲੇਟਸ ਨੇ। ਜਿਸ ਤਰ੍ਹਾਂ ਭਾਜੀ ਭੁਪਿੰਦਰ ਸਿੰਘ ਹੋਣੀ ਕਰ ਰਹੇ ਨੇ, ਇਹ ਕਿਤਾਬਾਂ ਲਿਖ ਕੇ ਜਾਂ ਵਿਸ਼ਵ ਦੇ ਵਿੱਚ ਉਹਨਾਂ ਦੀਆਂ ਯਾਦਗਾਰਾਂ ਸਥਾਪਿਤ ਕਰਕੇ ਕੰਮ ਕਰਕੇ। ਸਾਨੂੰ ਕਿਸੇ ਤੇ ਟੇਕ ਨਹੀਂ ਰੱਖਣੀ ਚਾਹੀਦੀ। ਸਾਨੂੰ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੇ ਅਤੀਤ ਨੂੰ, ਆਪਣੀ ਮਹਾਨ ਹਿਸਟਰੀ ਨੂੰ ਸੰਭਾਲਣ ਵਾਸਤੇ, ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਵਾਸਤੇ ਖੁਦ ਪੰਜਾਬੀਆਂ ਨੂੰ ਯਤਨ ਕਰਨੇ ਪੈਣਗੇ, ਅੱਗੇ ਆਉਣਾ ਪਏਗਾ। ਸਰਕਾਰਾਂ ਫਿਰ ਆਪਣੇ ਆਪ ਪਿੱਛੇ ਲੱਗਦੀਆਂ ਨੇ ਤੇ ਫਿਰ ਝੰਡਾ ਚੁੱਕ ਲੈਂਦੀਆਂ ਨੇ ਕਿ ਇਹ ਕੰਮ ਅਸੀਂ ਕੀਤਾ। ਸਰਕਾਰਾਂ ਨੇ ਕ੍ਰੈਡਿਟ ਲੈਣਾ ਹੁੰਦਾ, ਕੰਮ ਜਿਹੜੇ ਲੋਕਾਂ ਨੇ ਕਰਨੇ ਹੁੰਦੇ ਆ। ਸੋ ਮੈਂ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ, ਨਿਊਜ਼ 9 ਰਾਹੀਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ, ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਆਪਣੇ ਅਤੀਤ ਨੂੰ ਸੰਭਾਲੋ, ਆਪਣੇ ਅਤੀਤ ਦੀ ਮਹੱਤਤਾ ਨੂੰ ਸਮਝੋ, ਆਪਣੇ ਗੌਰਵਮਈ ਇਤਿਹਾਸ ਦੇ ਉੱਤੇ ਗੌਰਵ ਕਰੋ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਵੀ ਗੌਰਵ ਕਰ ਸਕਣ ਕਿ ਇਹਨਾਂ ਨੇ ਕੁਝ ਸਾਂਭ ਸੰਭਾਲ ਦਾ ਕੰਮ ਕੀਤਾ ਸੀ। ਨਹੀਂ ਤੇ ਉਹ ਸਾਨੂੰ ਨਿਸ਼ਚਿਤ ਤੌਰ ਤੇ ਭੰਡਣਗੀਆਂ ਕਿ ਸਾਡੇ ਵੱਡ ਵਡੇਰੇ ਵੱਡਾ ਕੰਮ ਕਰ ਸਕਦੇ ਸੀ, ਇਹਨਾਂ ਯਾਦਾਂ ਨੂੰ ਸੰਭਾਲਣ ਵਾਸਤੇ ਉਹਨਾਂ ਨੇ ਨਹੀਂ ਕੀਤਾ। ਅਸੀਂ ਕਿਤੇ ਨਾ ਕਿਤੇ ਦੋਸ਼ੀ ਜ਼ਰੂਰ ਹੋਵਾਂਗੇ। ਦਰਦ ਬਹੁਤ ਡੂੰਘਾ ਲੱਗਦਾ ਹੈ, ਦੇਵਦਰਦ ਜੀ ਦਾ ਦਰਦ ਬਹੁਤ ਡੂੰਘਾ ਲੱਗਦਾ ਹੈ। ਕਿ ਅੱਜ ਤੱਕ ਕਿਸੇ ਇਸ ਪਰਿਵਾਰ ਨੂੰ ਵੀ ਮਿਲੇ ਹੋ ਜਾਂ ਤੁਹਾਡਾ ਕੋਈ ਪਰਿਵਾਰਕ ਸੰਬੰਧ ਹੈਗਾ ਇਹਨਾਂ ਮੈਡਲਸ ਦੇ ਨਾਲ? ਤੁਹਾਡਾ ਸੰਜੀਵ ਜੀ ਬਹੁਤ ਵਧੀਆ ਸਵਾਲ ਹੈ। ਇਹ ਸਵਾਲ ਮੈਨੂੰ ਪਹਿਲਾਂ ਵੀ ਇੱਕ ਪੱਤਰਕਾਰ ਨੇ ਕੀਤਾ ਸੀ ਕਿ ਕਿਸੇ ਤੁਹਾਡੇ ਵੀ ਬਜ਼ੁਰਗ ਨੇ ਫਸਟ ਵਰਲਡ ਵਾਰ ਲੜੀ ਸੀ, ਤੇ ਮੈਂ ਉਹਨੂੰ ਇਹ ਜਵਾਬ ਦਿੱਤਾ ਸੀ ਕਿ ਨਹੀਂ, ਜਿੰਨੇ ਵੀ ਬਜ਼ੁਰਗਾਂ ਨੇ ਫਸਟ ਵਰਲਡ ਵਾਰ ਲੜੀ ਸੀ ਉਹ ਸਾਰੇ ਸਾਡੇ ਸੀ। ਜਿੰਨੇ ਵੀ ਵਰਲਡ ਵਾਰ ਲੜਨ ਵਾਲੇ ਬਜ਼ੁਰਗ ਸੀਗੇ ਉਹ ਸਾਡੇ ਸੀਗੇ, ਹੈ ਨਾ। ਮੈਂ ਇੱਕ ਨੂੰ ਨਹੀਂ ਕਹਿੰਦਾ, ਮੈਂ ਸਮਝਦਾ ਕਿ ਸਾਰੇ ਸਾਡੇ ਸੀਗੇ। ਇਸ ਕਰਕੇ ਸਾਰਿਆਂ ਨੂੰ ਸੰਭਾਲਣਾ, ਉਹਨਾਂ ਦੇ ਵਿਰਸੇ ਨੂੰ, ਮਹਾਨ ਵਿਰਸੇ ਨੂੰ ਸੰਭਾਲਣਾ ਜਿਹੜਾ ਹੈਗਾ, ਉਹਨਾਂ ਦੀਆਂ ਯਾਦਾਂ ਨੂੰ ਸੰਭਾਲਣਾ, ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲਣਾ ਸਾਡੀ ਡਿਊਟੀ ਹੈ। ਮੈਂ ਉਹ ਡਿਊਟੀ ਨਿਭਾ ਰਿਹਾ, ਹੈ ਨਾ। ਮੈਂ ਉਹ ਡਿਊਟੀ ਨਿਭਾਉਂਦਾ ਪਿਆ ਕਿਉਂਕਿ ਇਹ ਪੰਜਾਬ ਦਾ ਗੌਰਵਮਈ ਇਤਿਹਾਸ ਹੈ। ਪੰਜਾਬ ਨੂੰ ਜਾਣਬੁੱਝ ਕੇ ਪਿੱਛੇ ਕੀਤਾ ਜਾ ਰਿਹਾ। ਅਲਾਮਾ ਇਕਬਾਲ ਵੀ ਪੰਜਾਬ ਦਾ ਸੀਗਾ। ਉਹਨੇ ਬਹੁਤ ਅਰਸਾ ਪਹਿਲੋਂ ਇਹ ਲਾਈਨਾਂ ਕਹਿਤੀਆਂ ਸੀ ਕਿ ਵਤਨ ਕੀ ਫਿਕਰ ਕਰ नादां, मुसीबत आने वाली है, तेरी बर्बादियों के मशवरे हैं आसमानों में, ना समझोगे तो मिट जाओगे है हिंदुस्तान वालों, तुम्हारी दास्तां तक भी ना होगी दास्तानों में। ਪੰਜਾਬੀਆਂ ਨੂੰ ਕੀ ਸੰਦੇਸ਼ ਤੁਸੀਂ ਦੇ ਚੁੱਕੇ ਹੋ? ਕੋਈ ਉਪਰਾਲਾ ਕਰਨ ਦੀ ਵੀ ਕੋਸ਼ਿਸ਼ ਕਰੋਗੇ? ਮੈਂ ਤੇ ਉਪਰਾਲਾ ਕਰ ਰਿਹਾ। ਮੈਨੂੰ ਆਪਣੇ ਆਪ ਤੇ ਮਾਣ ਨਹੀਂ, ਮੈਨੂੰ ਸਵੈ ਮਾਣ ਹੈ ਕਿ ਮੈਂ ਬਹੁਤ ਵੱਡਾ ਉਪਰਾਲਾ ਕਰ ਰਿਹਾ ਆਪਣੇ ਇਤਿਹਾਸ ਨੂੰ ਫਰੋਲਣ ਵਾਸਤੇ, ਉਹਦੀ ਸਾਂਭ ਸੰਭਾਲ ਵਾਸਤੇ। ਮੈਂ ਸਰਕਾਰਾਂ ਨਾਲ ਵੀ ਟੱਕਰ ਲੈ ਲੈਣਾ ਕਿਉਂਕਿ ਮੈਨੂੰ ਮੇਰੀਆਂ ਜਿੰਨੀਆਂ ਪੰਜਾਬੀ ਭਰਾਵਾਂ ਦੀਆਂ ਬਾਹਾਂ ਨੇ ਉਹ ਮੇਰੇ ਨਾਲ ਨੇ, ਉਹ ਮੇਰੇ ਤੇ ਮਾਣ ਕਰਦੇ ਨੇ, ਮੈਂ ਉਹਨਾਂ ਤੇ ਮਾਣ ਕਰਦਾ। ਤੇ ਮੈਂ ਸਾਰੇ ਪੰਜਾਬੀਆਂ ਨੂੰ, ਖਾਸ ਕਰਕੇ ਯੁਵਾ ਪੀੜ੍ਹੀ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਮਹਾਨ ਵਿਰਾਸਤ ਦੇ ਨਾਲ ਜੁੜੋ, ਆਪਣੀਆਂ ਜੜ੍ਹਾਂ ਦੇ ਨਾਲ ਜੁੜੋ। ਜਿੰਨੀ ਦੇਰ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਨਹੀਂ ਜੁੜਦੇ, ਅਸੀਂ ਪ੍ਰਫੁੱਲਤ ਨਹੀਂ ਹੋ ਸਕਦੇ। ਜਦੋਂ ਅਸੀਂ ਜੜ੍ਹਾਂ ਦੇ ਨਾਲੋਂ ਟੁੱਟ ਜਾਵਾਂਗੇ, ਸਾਡੀ ਹੋਂਦ ਖਤਰੇ 'ਚ ਪੈ ਜਾਵੇਗੀ। ਸਾਨੂੰ ਹਮੇਸ਼ਾ ਰੁੱਖ ਤਾਂ ਹੀ ਇੱਕ ਵੱਧਦਾ ਫੁੱਲਦਾ ਹੈਗਾ ਜੇਕਰ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ। ਸਾਡਾ ਵੀ ਉਹ ਹਾਲ ਹੈ। ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਏਗਾ, ਸਾਨੂੰ ਆਪਣੀ ਮਹਾਨ ਵਿਰਾਸਤ ਦੇ ਨਾਲ ਜੁੜਨਾ ਪਏਗਾ, ਇਹਦੀ ਇੰਪੋਰਟੈਂਸ ਨੂੰ ਸਮਝਣਾ ਪਏਗਾ ਤੇ ਅੱਗੇ ਜਾ ਕੇ ਆਪਣੀਆਂ ਪੀੜ੍ਹੀਆਂ ਵਾਸਤੇ ਰਸਤਾ ਜਿਹੜਾ ਉਹ ਪੱਧਰਾ ਕਰਨਾ ਪਏਗਾ ਕਿ ਸਾਡੀਆਂ ਪੀੜ੍ਹੀਆਂ ਵੀ ਸਾਡੀ ਗੌਰਵਮਈ ਇਤਿਹਾਸ ਦੇ ਉੱਤੇ ਮਾਣ ਕਰਨ। ਬੇਹੱਦ ਸ਼ੁਕਰੀਆ ਜੀ। ਇਹ ਸਨ ਦੇਵਦਰਦ ਜੀ। ਨਾਮ ਤੋਂ ਹੀ ਗੱਲ
ਅੱਜ ਫਿਰ ਕਲੈਕਸ਼ਨ ਤੋਂ ਸ਼ੁਰੂ ਹੋਈ, ਲੇਕਿਨ ਦੇਵਦੱਤ ਜੀ ਦਾ ਦਰਦ ਜਿਹੜਾ ਕਿ ਉਹਨਾਂ ਦਾ ਆਪਣਾ ਦਰਦ ਨਹੀਂ ਆ, ਪੂਰੇ ਪੰਜਾਬੀਆਂ ਦਾ ਦਰਦ ਹੈ, ਸਾਹਮਣੇ ਆਇਆ। ਉਮੀਦ ਹੈ ਕਿ ਤੁਹਾਨੂੰ ਵੀ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ। ਅਸੀਂ ਫਿਰ ਇੱਕ ਵਾਰੀ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਦੇਵਦੱਤ ਜੀ ਨੂੰ ਲੈ ਕੇ ਅਗਲੀ ਵਾਰ। ਧੰਨਵਾਦ।